ਧੀਰੋਂ ਸੁਨ ਧੀਰੋਂ ਪ੍ਰਭ ਕੋ ਜੀ। ਧੀਰੋਂ ਸੁਨ ਧੀਰੋਂ ਪ੍ਰਭ ਕੋ, ਧੀਰੋਂ ਸੁਨ ਧੀਰੋਂ ਪ੍ਰਭ ਕੋ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਪੇਖ ਨੀਰੋਂ ਨੀਰੋਂ ਪੇਖ ਪ੍ਰਭ ਕੋ ਨੀਰੋਂ। ਧੀਰੋਂ ਪ੍ਰਭ ਕੋ, ਧੀਰੋਂ ਸੁਨ ਧੀਰੋਂ ਪ੍ਰਭ ਕੋ, ਧੀਰੋਂ ਸੁਨ ਧੀਰੋਂ ਪ੍ਰਭ ਕੋ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਪੇਖ ਪ੍ਰਭ ਕੋ ਨੀਰੋਂ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਪੇਖ ਨੀਰੋਂ। ਬੇਸੁਮਾਰ ਬੇਅੰਤ ਬੜ ਦਾਤਾ, ਬੇਸੁਮਾਰ ਬੇਅੰਤ ਪ੍ਰਭ ਦਾਤਾ। ਮਨ ਗਹੀਰੋਂ ਭੇਖ ਪ੍ਰਭ ਕੋ, ਬੇਸੁਮਾਰ ਬੇਅੰਤ ਬੜ ਦਾਤਾ। ਬੇਸੁਮਾਰ ਬੇਅੰਤ ਬੜ ਦਾਤਾ। ਮਨ ਗਹੀਰੋਂ ਭੇਖ ਪ੍ਰਭ ਕੋ, ਮਨ ਗਹੀਰੋਂ ਭੇਖ ਪ੍ਰਭ ਕੋ। ਧੀਰੋਂ ਸੁਨ ਧੀਰੋਂ ਪ੍ਰਭ ਕੋ, ਧੀਰੋਂ ਸੁਨ ਧੀਰੋਂ ਪ੍ਰਭ ਕੋ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਭੇਖ ਪ੍ਰਭ ਕੋ ਨੀਰੋਂ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਭੇਖ ਪ੍ਰਭ ਕੋ ਨੀਰੋਂ। ਧੀਰੋਂ ਸੁਨ ਧੀਰੋਂ ਪ੍ਰਭ ਕੋ, ਧੀਰੋਂ ਸੁਨ ਧੀਰੋਂ ਪ੍ਰਭ ਕੋ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਭੇਖ ਪ੍ਰਭ ਕੋ ਨੀਰੋਂ ਜੀ। ਪ੍ਰਾਣ ਮਨ ਤਨ ਸਭ ਅਰਪੋ, ਨੀਰੋਂ ਭੇਖ ਪ੍ਰਭ ਕੋ ਨੀਰੋਂ। ਜੋ ਚਾਹੋ सोई सोई पावो, जो चाहो सोई सोई पावो। आशा मनसा पूर जप जप प्रभु को, आशा मनसा पूर जप प्रभु को। जो चाहो सोई सोई पावो, जो चाहो सोई सोई पावो। आशा मनसा पूर्ण जप प्रभु को, आशा मनसा पूर्ण जप प्रभु को, आशा मनसा पूर्ण जप प्रभु को। तीरों सुन तीरों प्रभु को, तीरों सुन तीरों प्रभु को, तीरों सुन तीरों प्रभु को। जी प्राण मन तन सब अर्पो, नीरों बेग प्रभु को नीरो। जी प्राण मन तन सब अर्पो, नीरों बेग प्रभु को नीरो। तीरों सुन तीरों प्रभु को, तीरों सुन तीरों प्रभु को, तीरों सुन तीरों प्रभु को, तीरों सुन तीरों प्रभु को। जी प्राण मन तन सब अर्पो, नीरों बेग प्रभु को नीरो। जी प्राण मन तन सब अर्पो, नीरों बेग प्रभु को नीरो। गुर परसा नानक मन वसिया, गुर परसा नानक मन वसिया।
दुख न कबहू चूर बुझ प्रभ को। गुर प्रसाद नानक मन वसिया, गुर प्रसाद नानक मन वसिया। दुख न कबहू चूर बुझ प्रभ को, दुख न कबहू चूर बुझ प्रभ को। तीरों सुन तीरों प्रभ को, तीरों सुन तीरों प्रभ को। जी प्राण मन तन सब अर्पों, नीरों पेख प्रभ को नीरों। जी प्राण मन तन सब अर्पों, नीरों पेख प्रभ को नीरों। तीरों सुन तीरों प्रभ को, तीरों सुन तीरों प्रभ को। जी प्राण मन तन सब अर्पों, नीरों पेख प्रभ को नीरों। जी प्राण मन तन सब अर्पों, नीरों पेख प्रभ को नीरों। हर जुग जुग भगत उपाया, रखदा राम राज। हर राक्षस दुष्ट हार मारिया, प्रहलाद तराया। अहंकारी निंदका पिठ दे, आपे भांडे साजने आपे पूरन दे। एक निंद समाया चले रहन चढ़े, एक निहाले पैसवने के ऊपर रहन खड़े। तिना सवारे नानका जिनको नदर करे महला दूजा। आपे साजे करे आप, जाई विरखे तिस जंतु पाए का देखा था पुथा। किसनो कहिए नानका, किसनो कहिए नानका। सब किछे आपे आप, सब किछे आपे आप, सब किछे आपे आप। कोड़ी बड़े किया बड़े आईया, किछ कहना कहना जाए। सुकरता कादर करीम दे दिया, रिज़्क़ संभाए साईकार कमावणी। तोर छोड़ी तिन्ने पाए वाहिगुरु जी का खालसा वाहिगुरु जी की फतेह। पौड़ी वड्डे कियां वड्याइयां, किछ कहना कहन ना जाए। सो करता कादर करीम दे जियां रिज़्क़ संभाल। साईकार कमावणी तुर चोडी तिन पाए।
ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜਾਏ, ਸੋ ਕਰੇ ਜੇ ਤਿਸੈ ਰਜਾਏ। ਸੁਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਜ ਸਤਿਗੁਰੂ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੁਰੂ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਹਿ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ, ਸੁਪੇਦਾ ਸੇਵਨ। ਦੇਹੋ ਬੱਗਾ ਤਪੈ ਘਣਾ, ਕਾਲਿਆ ਕਾਲੇ ਵੰਨ। ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰੇ, ਕਬਹਿ ਨ ਪਾਵਹਿ ਮਾਨ। ਪੌੜੀ। ਕਾਇਆ ਕੋਟ ਰਚਾਇਆ, ਹਰ ਸੱਚਾ ਆਪੇ। ਇਕ ਦੂਜੈ ਭਾਏ ਖੁਆਏ ਅਨ, ਹਉਮੈ ਵਿੱਚ ਵਿਆਪੇ। ਇਹੋ ਮਾਨਸ ਜਨਮ ਦੁਲੰਭ ਸਾ, ਮਨਮੁਖ ਸੰਤਾਪੇ। ਜੇ ਸੋ ਆਪ ਬੁਝਾਏ ਸੋ ਬੁਝਸੀ,
ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਕਿਰਪਾ ਕਰਨ ਸਾਡਾ ਗਾਵਿਆ ਹੋਇਆ ਸੁਣਿਆ ਹੋਇਆ ਆਪਣੇ ਦਰ 'ਤੇ ਕਬੂਲ ਪਾ ਲੈਣ। ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਕਥਾ ਰਾਹੀਂ ਆਪਾਂ ਨੂੰ ਸੁੰਦਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਿਰੰਜਨੀ ਜੋਤ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਰਹੇ ਨੇ। ਸੋ ਹੀ ਕੀ ਵਾਰ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੱਲ ਫਰਮਾਨ ਕੀਤਾ ਜੀ ਸੰਸਾਰ ਆਏ ਬਾਜ਼ਾਰਾਂ ਦੀ ਨਿਆਈ ਹੈ। ਇਹ ਵੀ ਇੱਕ ਬਾਜ਼ਾਰ ਹੀ ਹੈ, ਦੋ ਦੀਵੇ ਨੇ ਸਦਾ ਚਾਨਣ ਰਹਿੰਦਾ ਹੈ ਜਿਸ ਕਰਕੇ ਜੀਵ ਵਪਾਰ ਕਰਦੇ ਨੇ। ਚੰਦ ਅਤੇ ਸੂਰਜ ਦੋ ਦੀਵੇ ਨੇ, 14 ਲੋਕ ਬਾਜ਼ਾਰ ਹਨ। ਜਿੰਨੇ ਜੀਵ ਪੈਦਾ ਹੋਏ ਨੇ ਸਭ ਵਪਾਰ ਕਰਦੇ ਨੇ ਕਰਮਾਂ ਮੁਤਾਬਕ। ਜਿਹੋ ਜਿਹੇ ਕਰਮ ਪਏ ਨੇ ਧੁਰੋਂ ਲੇਖ ਪਏ ਉਹਨਾਂ ਮੁਤਾਬਕ ਜਿਹੋ ਜਿਹੇ ਕਰਮ ਕਰਦੇ ਆ ਉਹੋ ਜਿਹਾ ਫਲ ਲਈ ਜਾਂਦੇ। ਸਾਰੇ ਜੀਵ ਵਪਾਰੀ ਹਨ, ਹੱਟ ਖੁੱਲ੍ਹੇ ਹੋਏ ਨੇ ਕਰਮਾਂ ਦੇ ਮੁਤਾਬਕ ਹੀ ਜੀਵ ਆ। ਜਿਹੋ ਜਿਹੇ ਲੇਖ ਪਏ ਆ ਇਹਨਾਂ ਦੇ ਕਰਮ ਖੁੱਲ੍ਹੇ ਹੋਏ ਨੇ, ਹੱਟੀਆਂ ਖੁੱਲ੍ਹੀਆਂ ਹਮੇਸ਼ਾ ਸੰਸਾਰ ਵਿੱਚ। ਦਿਨੇ ਰਾਤ ਕਾਰ ਵਿੱਚ ਲੱਗੇ ਹੋਏ ਨੇ ਜੀਵ, ਕਿਤੇ ਦਿਨ ਆ ਕਿਤੇ ਰਾਤ ਆ, ਲੱਗੇ ਹੋਏ ਨੇ। ਸੋ ਜੋ ਇੱਥੇ ਬਾਜ਼ਾਰ ਵਿੱਚ ਪਹੁੰਚਦਾ ਹੈ ਨਾ, ਜੀਵ ਜਨਮ ਲੈ ਕੇ ਆਉਂਦਾ ਉੱਥੋਂ ਚਲਿਆ ਵੀ ਜਾਂਦਾ। ਠਹਿਰੇ ਇੱਥੇ ਕੋਈ ਨਹੀਂ ਬਾਜ਼ਾਰ ਵਿੱਚ। ਜਿਵੇਂ ਬਾਜ਼ਾਰ ਵੀ ਜਿਹੜੇ ਆ ਉਹ ਕਿਸੇ ਟਾਈਮ ਖਾਲੀ ਹੁੰਦੇ ਨੇ, ਕੋਈ ਵੀ ਨਹੀਂ ਹੁੰਦਾ ਬੰਦ। ਇਹ ਸੰਸਾਰ ਵੀ ਐਸਾ, ਇੱਥੋਂ ਐਸਾ ਸਮਾਂ ਵੀ ਆਉਂਦਾ ਜਦੋਂ ਸਭ ਚਲੇ ਜਾਣ। ਜੋ ਪਹੁੰਚੈ ਸੋ ਚੱਲਣਾ, ਧਰਮ ਦਲਾਲ ਪਾਏ ਨੀਸਾਨ, ਨਾਨਕ ਨਾਮ ਲਾਹਾ ਪ੍ਰਵਾਨ। ਧਰਮ ਜਿਹੜਾ ਇਹ ਦਲਾਲ ਦੀ ਨਹੀਂ ਆਈ। ਜਿਹੜਾ ਧਰਮੀ ਹੋ ਕੇ ਕਮਾਈ ਕਰਦਾ ਉਹਦੇ ਕਰਮਾਂ 'ਤੇ ਨਿਸ਼ਾਨੀ ਲੱਗ ਜਾਂਦੀ, ਉਹ ਸਹੀ ਸਿੱਧ ਹੋ ਜਾਂਦਾ ਹੈ। ਨਾਮ ਦੇ ਲਾਹੇ ਨੂੰ ਉਹ ਪਾ ਕੇ ਤੇ ਪ੍ਰਵਾਨ ਹੋ ਜਾਂਦਾ, ਕਬੂਲ ਚੜ੍ਹ ਜਾਂਦਾ ਹੈ।
ਮਹਾਰਾਜ ਜੀ ਨੇ ਕਿਹਾ, ਧਰਮ ਦਲਾਲ ਪਾਏ ਨੀਸਾ, ਨਾਨਕ ਨਾਮ ਲਾਹਾ ਪ੍ਰਵਾਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜੇ, ਸਭ ਮੁਕਦੀ ਚੱਲੀ ਰਹਿਣ। ਆਇਆ ਅਸਲ ਵਿੱਚ ਨਾਮ ਦਾ ਲਾਹਾ ਲੈਣ ਵਾਸਤੇ, ਤੇ ਉਹ ਪ੍ਰਵਾਨ ਹੋ ਜਾਂਦੇ ਨੇ। ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਇਹ ਬਚਨ ਮਹਾਰਾਜ ਜੀ ਨੇ ਕਹੇ। ਉਹ ਆਏ ਨੇ ਆਪਣੇ ਅਸਲ ਨਿਜਾਨੰਦ ਵਿੱਚ, ਜਿਹੜੇ ਹਿਰਦੇ ਰੂਪੀ ਘਰ ਵਿੱਚ ਆ ਕੇ ਟਿਕ ਗਏ ਜਿਹੜੇ ਮਨ, ਜਿਹਨਾਂ ਮਨਾਂ ਨੇ ਪਛਾਣ ਲਿਆ ਆਪਣੇ ਅਸਲ ਸਰੂਪ ਨੂੰ, ਉਹਨਾਂ ਨੂੰ ਫਿਰ ਐਸੀ ਖੁਸ਼ੀ ਹੋਈ, ਵੱਜੀ ਪ੍ਰਗਟ ਹੋਈ। ਵੱਜੀ ਤੋਂ ਭਾਵ ਦੀ ਪ੍ਰਗਟ ਹੋਈ, ਅੰਦਰ ਇੱਕ ਰਸ ਜਿਹੜਾ ਖੇੜਾ ਹੈ ਉਹ ਪ੍ਰਗਟ ਹੋ ਆਉਂਦਾ। ਸੱਚ ਨਾਮ ਕੀ ਮਿਲੀ ਵਡੇ, ਅੰਦਰਲਾ ਗੁੱਝਾ ਨਾਮ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਐਸੀ ਵਡਿਆਈ ਉਹਨਾਂ ਨੂੰ ਮਿਲੀ ਹੈ। ਧਰਮ ਦੇ ਰਾਹੀਂ ਜਿਹੜੇ ਕਮਾਈ ਕਰਦੇ ਨੇ, ਗੁਰੂ ਦੇ ਸਨਮੁਖ ਹੋ ਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਹੋਰ ਮਹਾਰਾਜ ਦੱਸ ਰਹੇ, ਜਿਨ੍ਹਾਂ ਦੇ ਭਾਗ ਮਾੜੇ ਆ, ਭਾਗਾਂ ਵਿੱਚ ਐ ਨਹੀਂ, ਮੂਰਖ ਲੋਕ ਨੇ, ਉਹਨਾਂ 'ਤੇ ਅਸਰ ਕੋਈ ਨਹੀਂ ਪੈਂਦਾ। ਕੁਝ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਸਮਝਾ ਰਹੇ ਨੇ, ਨਹੀਂ ਉਹਨਾਂ ਨੂੰ ਇਹ ਮਾਣ ਮਿਲਦਾ ਨਾਮ ਦੀ ਦਾਤ ਦਾ, ਧਰਮ ਦੀ ਕਮਾਈ ਦਾ, ਧਰਮ ਕਮਾਉਣ ਦਾ ਇਹ ਮਾਣ ਹੀ ਨਹੀਂ ਮਿਲਦਾ ਦੁਨੀਆ 'ਚ। ਬੇਮੁਖ ਹੀ ਚਲੇ ਜਾਂਦੇ ਨੇ, ਤਰਕਾਂ ਮਾਰਦੇ ਹੀ ਚਲੇ ਜਾਂਦੇ ਨੇ ਉਹ ਲੋਕ। ਹੀਲ ਹੁਜਤਾਂ ਤਰਕਾਂ ਕਰਦੇ ਹੋਏ, ਕੁਤਰਕਾਂ ਕਰਦੇ ਹੋਏ, ਨਹੀਂ ਧਰਮ ਦੀ ਕਮਾਈ, ਧਰਮ ਨਹੀਂ ਕਮਾਇਆ ਜਾਂਦਾ। ਪਾ ਵੀ ਲੈਣ ਧਰਮ ਦਾ ਬਾਣਾ, ਪਾ ਵੀ ਲੈਂਦੇ ਨੇ ਲੋਕ। ਇਕੱਲਾ ਬਾਣਾ ਨਹੀਂ ਪਾਉਂਦੇ, ਪ੍ਰਚਾਰਕ ਵੀ ਬਣ ਜਾਂਦੇ ਨੇ, ਧਰਮ ਦੇ ਪ੍ਰਚਾਰ। ਕਮਾਈ ਫੇਰ ਵੀ ਨਹੀਂ ਹੁੰਦੀ। ਐਸੇ ਵੀ ਹਨ, ਮਹਾਰਾਜ ਜੀ ਫਰਮਾਨ ਕਰ ਰਹੇ ਨੇ। ਮੂਰਖ ਜਿਹੜੇ ਫਿਰ ਮੂਰਖ ਰਹਿ ਜਾਂਦੇ ਨੇ, ਗਿਆਨ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰ ਰਹੇ ਨੇ। ਮਹੱਲਾ ਪਹਿਲਾ, ਰਾਤੀ ਹੋਮਨ ਕਾਲੀਆ, ਸੁਪੇਦਾ ਸੇਵਨ। ਰਾਤਾਂ ਜਿਹੜੀਆਂ ਨੇ ਜਿੰਨੀਆਂ ਕਾਲੀਆਂ ਹੁੰਦੀਆਂ ਨੇ, ਹਨੇਰਾ ਕਾਲਾ ਹੈ, ਸੂਰਜ ਛੁਪ ਜਾਂਦਾ ਹੈ, ਅਲੋਪ ਹੋ ਜਾਂਦਾ ਹੈ, ਤੇ ਸੋ ਹਨੇਰਾ ਹੋ ਜਾਂਦਾ ਹੈ। ਜਿੱਧਰੋਂ ਸੂਰਜ ਸਾਹਮਣੇ ਨਹੀਂ, ਸੂਰਜ ਦੀ ਪਿੱਠ ਹੋ ਜਾਂਦੀ, ਓਲੇ ਹੋ ਜਾਂਦਾ ਹੈ, ਹਨੇਰਾ ਉੱਥੇ ਹੋ ਜਾਂਦਾ, ਕਾਲਾ ਹਨੇਰਾ, ਉੱਥੇ ਰਾਤ ਪੈ ਜਾਂਦੀ ਹੈ। ਜਿੱਥੇ ਸੂਰਜ ਸਾਹਮਣੇ ਆ ਜਾਂਦਾ ਧਰਤੀ ਦੇ, ਉੱਥੇ ਦਿਨ ਚੜ੍ਹ ਜਾਂਦਾ ਹੈ। ਸੋ ਰਾਤੀ ਹੋਵਨ ਕਾਲੀਆਂ, ਕਾਲੇ ਰੰਗ ਦਾ ਹਨੇਰਾ ਛਾ ਜਾਂਦਾ ਹੈ। ਸੋ ਕਾਲੀਆਂ ਰਾਤਾਂ ਜਿਹੜੀਆਂ ਨੇ ਉਹ ਕਾਲੀਆਂ। ਰਾਤੀ ਹੋਮਨ ਕਾਲੀਆਂ, ਰਾਤਾਂ ਜਿੰਨੀਆਂ ਵੀ ਨੇ ਕਾਲੀਆਂ ਹੁੰਦੀਆਂ ਨੇ। ਕਾਲਾ ਛਾਹ ਹਨੇਰਾ, ਕੁਝ ਨਹੀਂ ਦੀਂਦਾ। ਜੇ ਕੋਈ ਲਾਈਟ ਨਾ ਹੋਵੇ, ਕੋਈ ਪ੍ਰਬੰਧ ਨਾ ਹੋਵੇ। ਸੁਪੇਦਾ ਸੇਵਨ, ਫਰੀਦਾ ਰਾਤੀ ਕਾਲੀਆਂ, ਤੁਖ ਤੁਖ ਉੱਠਣ ਪਾਸ, ਤੇ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਰਾਤੀ ਹੋਮਨ ਕਾਲੀਆ, ਸੁਪੇਦਾ ਸੇਵਨ। ਮਹਾਰਾਜ ਜੀ ਕਹਿੰਦੇ, ਪਰ ਜਿਨ੍ਹਾਂ ਚੀਜ਼ਾਂ ਦੇ, ਜਿਨ੍ਹਾਂ ਜੀਵਾਂ ਦੇ, ਚੀਜ਼ਾਂ ਦੇ ਸੁਪੇਦਾ ਸੇਵਨ, ਰੰਗ ਚਿੱਟੇ ਹੁੰਦੇ ਆ ਨਾ, ਉਹ ਚਿੱਟੀਆਂ ਹੀ ਰਹਿੰਦੀਆਂ ਨੇ। ਰਾਤਾਂ ਭਾਵੇਂ ਕਾਲੀਆਂ ਹੁੰਦੀਆਂ ਨੇ, ਪਰ ਜਿਨ੍ਹਾਂ ਚੀਜ਼ਾਂ ਦੇ ਰੰਗ ਚਿੱਟੇ ਹੁੰਦੇ, ਉਹ ਰਾਤ ਨੂੰ ਵੀ ਚਿੱਟੀਆਂ ਹੀ ਚਮਕਦੀਆਂ ਨੇ, ਉਸੇ ਤਰ੍ਹਾਂ ਚਮਕਦੀਆਂ ਨੇ। ਉਹਨਾਂ 'ਤੇ ਕੋਈ ਫਰਕ ਨਹੀਂ ਪੈਂਦਾ, ਉਹ ਕਾਲੀਆਂ ਨਹੀਂ ਹੁੰਦੀਆਂ ਚੀਜ਼ਾਂ ਰਾਤ ਦੀ ਸੰਗਤ ਕਰਕੇ। ਰਾਤ ਦੇ ਕਾਲੇ ਗਾੜੇ ਹਨੇਰੇ ਦਾ ਵੀ ਉਹਨਾਂ ਚਿੱਟੀਆਂ ਚੀਜ਼ਾਂ 'ਤੇ, ਜਿਹੜੀਆਂ ਚਿੱਟੀਆਂ, ਕੋਈ ਅਸਰ ਨਹੀਂ ਪੈਂਦਾ। ਸੁਪੇਦਾ ਸੇਵਨ, ਵਨ ਤੋਂ ਭਾਵ ਹੁੰਦਾ ਰੰਗ। ਜਿਹੜੀਆਂ ਚਿੱਟੀਆਂ ਚੀਜ਼ਾਂ ਹੁੰਦੀਆਂ ਸੇ, ਉਹਨਾਂ ਦਾ ਚਿੱਟਾ ਹੀ ਰੰਗ ਰਹਿੰਦਾ ਹੈ। ਦੇਹੋ ਬੱਗਾ ਤਪੈ ਘਣਾ, ਕਾਲਿਆ ਕਾਲੇ ਵਨ। ਫਿਰ ਮਹਾਰਾਜ ਕਹਿੰਦੇ, ਦੇਹੋ ਦਾ ਭਾਵ ਹੁੰਦਾ ਦਿਨ। ਦੇਹੋ ਦਾ ਅਰਥ ਹੈ ਦਿਨ। ਬੱਗਾ, ਬੱਗਾ ਤੋਂ ਭਾਵ ਚਿੱਟਾ। ਸੋ ਦਿਨ ਜਿਹੜਾ ਚਿੱਟਾ ਹੁੰਦਾ ਹੈ, ਜਦੋਂ ਪ੍ਰਕਾਸ਼ ਦਾ ਸੂਰਜ, ਤਾਂ ਉਸ ਵੇਲੇ ਚਿੱਟੀ ਚਿੱਟੀ ਧੁੱਪ ਨਿਕਲਦੀ ਹੈ, ਚਮਕਦੀ ਹੈ ਜਿਵੇਂ ਜਿਵੇਂ। ਸੋ ਤਪਾ ਘਣਾ, ਤਪੈ ਘਣਾ, ਬਹੁਤਾ ਤਪਦਾ ਹੈ।
ਜਿਵੇਂ ਜਿਵੇਂ ਸੂਰਜ ਨਿਕਲਦਾ ਹੈ, ਜਵਾਨ ਹੁੰਦਾ ਤਾਂ ਉਹਨੂੰ ਦੁਪਹਿਰ ਨੂੰ ਆਉਂਦਾ, ਉਵੇਂ ਤਪਦਾ, ਬਹੁਤਾ ਚਮਕਦਾ। ਤਪਾ ਘਣਾ ਦਾ ਭਾਵ ਬਹੁਤਾ ਚਮਕਦਾ ਦਿਨ, ਉਵੇਂ ਚਿੱਟਾ ਛਿਆ ਹੋ ਜਾਂਦਾ, ਚਿੱਟਾ ਚਿੱਟਾ ਚਮਕਦਾ। ਦੇਹੋ ਬੱਗਾ ਤਪੈ ਘਣਾ, ਦਿਨ ਦੇ ਜਿਹੜਾ ਚਿੱਟਾ ਹੁੰਦਾ, ਜਿਵੇਂ ਜਿਵੇਂ ਸੂਰਜ ਚੜ੍ਹਦਾ ਉਵੇਂ ਉਵੇਂ ਤਪਦਾ ਹੈ, ਭਾਵ ਬਹੁਤਾ ਪ੍ਰਕਾਸ਼ ਦਾ ਚਮਕਦਾ ਹੈ। ਕਾਲਿਆ ਕਾਲੇ ਵੰਨ, ਜਿਨ੍ਹਾਂ ਚੀਜ਼ਾਂ ਦੇ ਰੰਗ ਕਾਲੇ ਹੁੰਦੇ ਨੇ ਉਹਨਾਂ ਦੇ ਕਾਲੇ ਹੀ ਰਹਿੰਦੇ ਆ। ਉਹ ਸੂਰਜ ਦੀ ਧੁੱਪ ਦੀ ਸੰਗਤ ਕਰਕੇ ਚਿੱਟੇ ਰੰਗ ਦੀ ਧੁੱਪ ਹੁੰਦੀ, ਦਿਨ ਚੜ੍ਹਿਆ ਹੁੰਦਾ, ਸਾਰੇ ਦਿਨ ਰਹਿ ਕੇ ਵੀ ਸਾਹਮਣੇ ਧਰਤੀ ਦੇ ਉੱਤੇ ਚੱਲਦੇ ਫਿਰਦੇ ਨੇ ਧੁੱਪ ਵਿੱਚ, ਸੰਗਤ ਕਰਕੇ ਵੀ ਉਹਨਾਂ ਦਾ ਰੰਗ ਚਿੱਟਾ ਨਹੀਂ ਹੁੰਦਾ, ਚਮਕਣ ਨਹੀਂ ਲੱਗ ਜਾਂਦਾ। ਕਾਲਿਆ ਕਾਲੇ ਵੰਨ, ਉਹ ਕਾਲੇ ਜਿਹੜੇ ਜੀਵ ਨੇ ਜਾਂ ਕਾਲੀਆਂ ਚੀਜ਼ਾਂ ਨੇ, ਜਿਹੜੇ ਸਮਾਨ ਹਨ, ਉਹਨਾਂ ਦੇ ਕਾਲੇ ਹੀ ਰੰਗ ਰਹਿੰਦੇ ਨੇ, ਕੋਈ ਅਸਰ ਨਹੀਂ ਪੈਂਦਾ, ਅਸਰ ਨਹੀਂ ਹੁੰਦਾ ਹੈ। ਇਵੇਂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਜਿਹੜੇ ਅੰਨੇ ਜੀਵ ਨੇ, ਜਿਨ੍ਹਾਂ ਨੂੰ ਗੁਰੂ ਦੇ ਕੋਲੋਂ ਨਹੀਂ ਮਿਲੇ ਨੇਤਰ, ਵਿਵੇਕ ਬੈਰਾਗ ਦੇ ਨੇਤਰ, ਗਿਆਨ ਦੇ ਨੇਤਰ ਜਿਨ੍ਹਾਂ ਨੂੰ ਪ੍ਰਾਪਤ ਨਹੀਂ ਹੋਏ। ਗਿਆਨ ਅੰਜਨ ਗੁਰਦੀਆ ਜਿਹਨੂੰ ਅਗਿਆਨ ਅੰਧੇਰ ਵਿਨਾਸ਼, ਸੋ ਜਿਨ੍ਹਾਂ ਨੂੰ ਮਹਾਰਾਜ ਨੇ ਦਿੱਤਾ ਗਿਆਨ ਰੂਪੀ ਸੁਰਮਾ, ਉਹਨਾਂ ਦਾ ਗਿਆਨ ਦਾ ਹਨੇਰਾ ਨਾਸ ਹੋ ਜਾਂਦਾ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਹੜੇ ਜੀਵ ਅੰਧੇ ਆ, ਅਕਲੀ ਬਾਹਰ, ਜਿਨ੍ਹਾਂ ਨੇ ਅਕਲ ਨਹੀਂ ਲਈ, ਗੁਰਮਤ ਨੂੰ ਨਹੀਂ ਦਿਆ, ਗੁਰੂ ਦੇ ਕੋਲੋਂ ਪ੍ਰਾਪਤ ਨਹੀਂ ਨਾ ਹੋਈ, ਜਿਨ੍ਹਾਂ ਨੂੰ ਗੁਰਮਤ ਅਕਲ, ਅੰਨੇ ਰਹਿ ਗਏ ਨੇ, ਅੰਧੇ ਰਹਿ ਗਏ ਨੇ। ਜਿਹੜੇ ਖਸਮ ਤੋਂ ਘੁੱਥ ਗਏ ਨੇ, ਪਾਸੇ ਹੋ ਗਏ ਨੇ, ਖਿੱਝ ਗਏ ਨੇ, ਖੁੰਝ ਗਏ ਨੇ। ਕਿਹਾ ਸੀ ਮਹਾਰਾਜ ਜੀ ਨੇ, ਅੰਧੇ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੁਖ ਕੁੱਥੇ ਜਾਹੇ। ਤੀਸਰੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। ਉਹਨਾਂ ਨੂੰ ਅੰਨੇ ਨਹੀਂ ਅਸੀਂ ਕਹਿੰਦੇ, ਜਿਨ੍ਹਾਂ ਦੇ ਨਿਗਾਹ ਹੈ ਨਹੀਂ, ਨਿਗਾਹ ਚਲੀ ਗਈ। ਮੁਖ ਲੋਇਣ ਨਾ, ਮੂੰਹ ਤੇ ਲੋਇਣ ਨੇਤਰ ਨਹੀਂ ਹਨ, ਪ੍ਰਕਾਸ਼ ਨਹੀਂ ਨੇਤਰਾਂ ਵਿੱਚ, ਜੋਤ ਨਹੀਂ ਹੈ, ਜਮੰਦਰੂ ਕੁਦਰਤੀ ਹੈ। ਔਰ ਅਸੀਂ ਉਹਨਾਂ ਨੂੰ ਨਹੀਂ ਮੰਨਦੇ, ਉਹ ਤੇ ਸੂਰਮੇ ਕਹਿੰਦਾ ਖਾਲਸਾ ਉਹਨਾਂ ਨੂੰ। ਸਗੋਂ ਕਿਸੇ ਤਰ੍ਹਾਂ ਦੇ ਨਾਲ ਕੋਈ ਮਨ ਨੂੰ ਸੱਟ ਨਾ ਵੱਜੇ, ਦਿਖਾਉਂਦਾ ਨਹੀਂ, ਸੂਰਮੇ ਆਂਦਾ, ਸੂਰਮੇ ਆ, ਮਨ ਉਹਨਾਂ ਦਾ ਫਿਰ ਵੀ ਟਿਕਿਆ ਹੁੰਦਾ ਸਾਡੇ ਨਾਲ। ਜਿਨ੍ਹਾਂ ਨੂੰ ਦਿਸਦਾ ਨਹੀਂ, ਉਹਨਾਂ ਦਾ ਮਨ ਜ਼ਿਆਦਾ ਟਿਕਿਆ ਹੁੰਦਾ ਹੈ। ਸੋ ਇਸ ਕਰਕੇ ਉਹਨਾਂ ਨੂੰ ਬਹੁਤ ਛੇਤੀ ਬਾਣੀ ਕੰਠ ਹੋ ਜਾਂਦੀ ਹੈ, ਬਹੁਤ ਜ਼ਿਆਦਾ। ਉਹ ਤੇ ਸੂਰਮੇ ਹੁੰਦੇ ਨੇ, ਖਾਲਸਾ ਤੇ ਸੂਰਮੇ ਕਹਿੰਦਾ ਉਹਨਾਂ। ਮਹਾਰਾਜ ਸੱਚੇ ਪਾਤਸ਼ਾਹ ਦੇ ਸੀ, ਉਹਨਾਂ ਨੂੰ ਅੰਨੇ ਨਹੀਂ ਕਹਿੰਦੇ। ਦੁਨੀਆ ਦੇ ਲੋਕ ਭਾਵੇਂ ਕਹੀ ਜਾਣ, ਅੰਧੇ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅੰਨੇ ਉਹ ਨੇ ਜਿਹੜੇ ਖਸਮੋਂ, ਮਾਲਕ ਦੇ ਦਰ, ਮਾਲਕ ਦੇ ਪ੍ਰੇਮ ਵੱਲੋਂ, ਉਹਦੇ ਸਿਮਰਨ ਵੱਲੋਂ, ਉਹਦੀ ਯਾਦ ਵੱਲੋਂ ਖੁੰਝ ਗਏ ਨੇ। ਜਿਨ੍ਹਾਂ ਹੋਰ ਰਾਹ ਆਪ ਹੁਦਰਿਆਂ ਦਾ ਮਨ ਮੱਤ ਦਾ ਪਕੜ ਲਿਆ ਹੈ, ਖੋਟੀ ਅਕਲ ਲੈ ਲਈ ਜਿਨ੍ਹਾਂ ਨੇ, ਕੁਬੁੱਧ ਦੀ ਕੁਮੱਤ ਲੈ ਲਈ, ਉਹ ਨੇ ਅਸਲ ਵਿੱਚ ਅੰਧੇ ਅਕਲੀ ਬਾਹਰੇ। ਮਹਾਰਾਜ ਕਹਿੰਦੇ ਅੰਧੇ ਜਿਹੜੇ ਅੰਨੇ ਜੀ, ਅਕਲੀ ਸੋਹਣੀ ਸਿੱਖਿਆ ਤੋਂ, ਅਕਲ ਤੋਂ ਬਾਹਰ ਨੇ, ਖਾਲੀ ਹਨ। ਮੂਰਖ ਅੰਧ ਗਿਆਨ, ਉਹ ਮੂਰਖ ਅੰਨੇ ਨੇ, ਉਹਨਾਂ ਨੂੰ ਇਵੇਂ ਹੀ ਗਿਆਨ ਦਾ ਵੀ ਅਸਰ ਕੋਈ ਨਹੀਂ ਪੈਂਦਾ ਹੈ। ਜਿੰਨਾ ਮਰਜ਼ੀ ਉਹਨਾਂ ਨੂੰ ਸਮਝਣ, ਹਰ ਉਹਨਾਂ 'ਤੇ ਅਸਰ ਕੋਈ ਨਹੀਂ ਪੈਂਦਾ। ਜਿਵੇਂ ਰਾਤਾਂ ਕਾਲੀਆਂ ਨੇ, ਕਾਲੇ ਹਨੇਰੇ ਦਾ ਚਿੱਟੀਆਂ ਚੀਜ਼ਾਂ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਦਿਨ ਜਿਹੜਾ ਚਿੱਟਾ, ਉਹ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਹੁੰਦੀਆਂ, ਉਹਦੀ ਸੰਗਤ ਕਰਕੇ ਧੁੱਪ ਦੀ ਚਿੱਟੀ ਦੀ। ਇਵੇਂ ਜਿਹੜੇ ਅੰਧੇ ਜੀਵ ਨੇ, ਕਰਮਾਂ ਮੁਤਾਬਕ ਲੇਖ ਹੋ ਜੇ, ਅਕਲ ਤੋਂ ਬਿਨਾਂ ਨੇ, ਗੁਰੂ ਸਾਹਿਬ ਦੇ ਹੀ ਅਕਲ ਨਹੀਂ ਲਈ ਜਾਣਾ, ਅਕਲ ਤੋਂ ਖਾਲੀ ਨੇ, ਮੂਰਖ ਹਨ। ਆਪਣੇ ਮੂੰਹ ਨੂੰ ਮੂਹਰੇ ਰੱਖਣ ਵਾਲੇ ਬੰਦੇ ਨੂੰ ਮੂਰਖ ਕਿਹਾ, ਆਪਣੀ ਗੱਲ ਹੀ ਸਿੱਧ ਕਰੇ, ਜੋ ਆਈ ਜਾ।
ਸੋਚ ਕੇ ਨਾ ਬੋਲਣਾ, ਵਿਚਾਰ ਕੇ ਨਾ ਬੋਲਣਾ। ਅਗਲੇ ਦੀ ਗੱਲ ਭਾਵੇਂ ਕਿੰਨੀ ਸਿਆਣੀ ਹੋਵੇ, ਉਹਦਾ ਅਸਰ ਹੀ ਨਾ ਕਰਨਾ, ਉਹਨੂੰ ਸੁਣਨਾ ਹੀ ਨਾ, ਅੱਗੋਂ ਗੁੱਸਾ ਕਰਨਾ। ਅੰਧ ਗਿਆਨ, ਮੂਰਖ ਨੂੰ ਕਿਹੜਾ ਮੂੰਹ ਰੱਖ, ਆਪਣਾ ਮੂੰਹ ਹੀ ਮੂਹਰੇ ਰੱਖੇ, ਜੋ ਮੈਂ ਕਹਿੰਦਾ ਉਹੀ ਠੀਕ ਹੈ। ਹੀਲ ਹੁਜਤ ਕਰੇ, ਤਰਕਾਂ ਕਰੇ, ਕੁਤਰਕਾਂ ਕਰੇ, ਦਾਵਾ ਕਰੇ। ਅੰਧ ਗਿਆਨ, ਉਹ ਮੂਰਖ ਜਿਹੜੇ ਆ ਉਹਨਾਂ ਦਾ ਗਿਆਨ ਵੀ ਅੰਨਾ ਹੈ, ਔਰ ਉਹਨਾਂ ਦਾ ਗਿਆਨ ਵੀ ਅਧੂਰਾ ਹੈ। ਅੰਧ ਅੰਨੇ ਹੀ ਰਹਿੰਦੇ ਨੇ ਮੂਰਖ। ਅੰਧੇ ਅਕਲੀ ਬਾਰ, ਅੰਨੇ ਕੌਣ ਨੇ? ਉਹ ਜਿਹੜੇ ਅਕਲ ਤੋਂ ਬਿਨਾਂ ਨੇ, ਗੁਰੂ ਦੀ ਸ਼ੁੱਭ ਸਿੱਖਿਆ ਨਹੀਂ। ਮੂਰਖ ਵੀ ਉਹ ਨੇ ਤੇ ਅੰਧ ਉਹ ਹੀ ਅੰਨੇ ਨੇ। ਉਹ ਮੂਰਖ ਅੰਨੇ ਹਨ ਅਸਲ ਵਿੱਚ, ਜਿਹੜੇ ਖਸਮ ਤੋਂ ਕੁੱਥ ਗਏ ਨੇ। ਗਿਆਨ ਉਹਨਾਂ 'ਤੇ ਗਿਆਨ ਦਾ ਵੀ ਕੋਈ ਅਸਰ ਨਹੀਂ ਪੈਂਦਾ। ਸੱਚ ਹੈ, ਗੁਰੂ ਸਾਹਿਬ ਜਿੰਨਾ ਮਰਜ਼ੀ ਗਿਆਨ ਦੇਈ ਜਾਣ, ਨਿਗਰੋਏ ਦੇ ਨਿਗਰੋਏ ਰਹਿਣਗੇ ਆਪਣੀ ਅਕਲ ਨੂੰ ਸਿੱਧ ਕਰਨ। ਕੀ ਲੋੜ ਹੈ ਅੰਮ੍ਰਿਤ? ਸੋ ਫਿਰ ਵੀ ਨਿਗਰੇ ਰਹਿਣਗੇ, ਗਿਆਨ ਹੁੰਦਿਆਂ ਵੀ ਪੜ੍ਹ ਲਿਖ ਕੇ। ਅੰਧ ਗਿਆਨ, ਮਹਾਰਾਜ ਕਹਿੰਦੇ ਗਿਆਨ ਦਾ ਉਹਨਾਂ 'ਤੇ ਅਸਰ ਨਹੀਂ ਪੈਂਦਾ। ਮਹਾਰਾਜ ਜੀ ਨੇ ਆਪ ਜੀ ਨੇ ਕਿਹਾ ਸੀ, ਮੂਰਖ ਤੇ ਬੰਦੇ ਨੂੰ ਗਿਆਨ ਦੇਣ ਦੀ ਲੋੜ ਵੀ ਕੋਈ ਨਹੀਂ, ਉਹ ਨਹੀਂ ਸੁਧਰ ਸਕਦਾ। ਸੋ ਇਸ ਕਰਕੇ ਆਪ ਜੀ ਨੇ ਉਦਾਹਰਨਾਂ ਵੀ ਕਈ ਦਿੱਤੀਆਂ ਸਨ। ਮਾਂਝ ਕੀ ਵਾਰ ਅੰਦਰ, ਮੱਛੀ ਤਾਰੂ ਕਿਆ ਕਰੇ, ਖੁਸਰੇ ਕਿਆ ਘਰਵਾਸ। ਕੁੱਤੇ ਚੰਦਨ ਲਾਈਐ, ਭੀ ਸੋ ਕੁੱਤੀ ਧਾਤ। ਸੋ ਚਾਉਣੇ ਸੋਏ ਨਾ ਪਾਈਐ, ਚੁਣ ਚੁਣ ਖਾਵੈ ਘਾਸ। ਲੋਹਾ ਮਾਰਨ ਪਾਈਐ, ਢਹੈ ਨ ਹੋਏ ਕਪਾਸ। ਨਾਨਕ ਮੂਰਖੇ ਗੁਣ, ਬੋਲੇ ਸਦਾ ਵਿਨਾਸ਼। ਔਰ ਕਿਹਾ ਸੀ ਜਿਵੇਂ ਇਹਨਾਂ 'ਤੇ ਅਸਰ ਨਹੀਂ, ਖੁਸਰੇ ਦੇ ਘਰ ਵਿੱਚ ਕੋਈ ਵਾਸਾ ਨਹੀਂ ਹੁੰਦਾ ਹੈ। ਕੁੱਤੇ ਨੂੰ ਚੰਦਨ ਲਾਈ ਜਾਈਏ, ਚੰਦਨ ਦੇ ਅਸਲੇ ਦਾ ਪਤਾ ਨਹੀਂ ਲੱਗਦਾ, ਕੋਈ ਅਸਰ ਨਹੀਂ ਹੁੰਦਾ ਹੈ। ਚੁਣ ਕੇ ਘਾਹ ਖਾਣ ਵਾਲੇ ਜੀ, ਮਤਲਬ ਕਿ ਸੋਨਾ ਖਿਲਾਰ ਦਈਏ, ਕੋਈ ਅਸਰ ਨਹੀਂ ਹੁੰਦਾ ਉਹਨਾਂ 'ਤੇ। ਚੁਣ ਚੁਣ ਖਾਵੈ ਘਾਸ, ਉਵੇਂ ਹੀ ਘਾਹ ਖਾਈ ਜਾਂਦੇ ਚੁਣ ਚੁਣ ਕੇ। ਔਰ ਮਹਾਰਾਜ ਸੱਚੇ ਪਾਤਸ਼ਾਹ ਸੋਨੇ ਲੋਹੇ ਨੂੰ ਜਿੰਨਾ ਮਰਜ਼ੀ ਢਾਲ ਲਈਏ, ਉਹ ਕਪਾਸ, ਉਹ ਕਪਾਹ ਵਰਗਾ ਪੋਲਾ ਨਰਮ ਨਹੀਂ ਹੁੰਦਾ ਹੈ, ਢਹੈ ਨਾ ਹੋਏ ਕਪਾਸ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਦ੍ਰਿਸ਼ਟਾਂਤ ਦਿੱਤੇ। ਫਿਰ ਕਿਹਾ ਸੀ ਕੁਝ ਚੀਜ਼ਾਂ ਜੁੜਦੀਆਂ ਨੇ, ਸਖਤੀ ਨਾਲ ਜੁੜਦੀਆਂ ਨੇ। ਉਹ ਅਗਨੀ ਗੰਢ ਪਾਏ ਲੋਹਾ, ਅਗਨੀ ਅੱਗ ਨਾਲ ਵੈਲਡ ਕਰਕੇ, ਗੈਸ ਵੈਲਡ ਜਾਂ ਹੋਰ ਕਈ ਤਾਂ ਗੰਢ ਪਾਏ ਲੋਹਾ, ਲੋਹਾ ਜੁੜ ਜਾਂਦਾ ਹੈ। ਸਖਤ ਕਿੰਨਾ ਹੁੰਦਾ ਉਹਨੂੰ ਵੀ ਜੋੜ ਲਈਦਾ। ਸੋ ਇਸ ਤਰ੍ਹਾਂ ਮੂਰਖ ਗੰਢ ਪਵੈ ਮੋਹਿ ਮਾਰ। ਔਰ ਮੂਰਖ ਜਿਹੜਾ ਬੰਦਾ, ਉਹਨੂੰ ਵੀ ਗੰਢ ਪਵੈ, ਉਹ ਤਾਂ ਹੀ ਸੂਤ ਆਉਂਦਾ ਹੈ, ਤਾਂ ਹੀ ਸਮਝਦਾ ਮੂੰਹ 'ਤੇ ਮਾਰ ਪਵੇ। ਮੂੰਹ 'ਤੇ ਜਿੰਨਾ ਚਿਰ ਮਾਰ ਨਹੀਂ ਪੈਂਦੀ ਉਹਨਾਂ ਚਿਰ ਸਮਝਦਾ ਨਹੀਂ ਹੈ। ਸਿਆਣੇ ਬੰਦੇ ਕਹਿੰਦੇ ਤੇਰੇ ਵੱਜੀਆਂ ਨਹੀਂ ਕਿਸੇ, ਜਿੱਦੇ ਵੱਜ ਗਈਆਂ ਉੱਦੇ ਅਕਲ ਆ ਜਾਵੇਗੀ। ਜ਼ਿਆਦਾ ਆਪਣੀ ਮੱਤ ਮੂਹਰੇ ਰੱਖਦਾ ਨਾ, ਜ਼ਿਆਦਾ ਹੰਕਾਰਿਆ ਵਾ। ਮੂਰਖ ਗੰਢ ਪਵੈ ਮੋਹਿ ਮਾਰ। ਮਹਾਰਾਜ ਕਹਿੰਦੇ ਮੂਰਖ ਬੰਦਾ ਉਹਨਾਂ ਚਿਰ ਸਮਝਣਾ ਚਿਰ ਮੂੰਹ 'ਤੇ ਮਾਰ ਨਾ ਪਵੇ। ਇਹ ਮੂਰਖ ਦੇ ਲੱਛਣ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਅਸਰ ਨਹੀਂ ਪੈਂਦਾ ਗਿਆਨ ਦਾ ਵੀ। ਔਰ ਮੂਰਖ ਕੌਣ ਹੈ? ਬਾਣੀ ਨੇ ਤੇ ਉਸੇ ਨੂੰ ਕਿਹਾ ਹੈ ਜਿਹੜਾ ਨਾਮ ਨੂੰ ਨਹੀਂ ਮੰਨਦਾ, ਆਪਣੀ ਅਕਲ ਨੂੰ ਮੂਹਰੇ ਰੱਖਦਾ, ਭਾਵੇਂ ਕਿੱਡਾ ਸਿਆਣਾ ਹੋਵੇ, ਵਿਦਵਾਨ ਕਿਉਂ ਨਾ ਬਣ ਜਾਵੇ, ਧਰਮ ਦਾ ਬਾਣਾ ਕਿਉਂ ਨਾ ਪਾ ਲਵੇ। ਔਰ ਮਹਾਰਾਜ ਨੇ ਕਿਹਾ ਸੀ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾਉ। ਮੂਰਖਾਂ ਤੋਂ ਸਭ ਤੋਂ ਸ਼੍ਰੋਮਣੀ ਮੂਰਖ ਆ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਮੰਨਣ ਨਹੀਂ ਕਰਦਾ ਹੈ, ਮੰਨਦਾ ਨਹੀਂ ਹੈ, ਭਗਤੀ ਨੂੰ ਸਵੀਕਾਰ ਨਹੀਂ ਕਰਦਾ ਹੈ, ਪਰਮੇਸ਼ਰ ਦੀ ਬੰਦਗੀ ਨੂੰ ਉਹ ਤੋਂ ਮੁਨਕਰਿਆ, ਉਹ ਮੂਰਖ ਆ। ਮੂਰਖ ਤੋਂ ਭਾਵ ਪਛਤਾਉਣਾ ਪੈਂਦਾ ਜੋ ਸਮਾਂ ਲੰਘ ਜਾਂਦਾ ਹੈ, ਅਤੇ ਜਿਹੜਾ ਪਛਤਾਉਣਾ ਪੈਂਦਾ ਨਾਮ ਤੋਂ ਬਿਨਾਂ, ਭਾਵੇਂ ਕਿੱਡਾ ਵੀ ਕੋਈ ਹੈ। ਜਿਹਦੇ ਮਗਰੋਂ ਅਕਲ ਆਵੇ, ਸਮਾਂ ਲੰਘ ਜਾਵੇ, ਉਹਨੂੰ ਕੌਣ ਸਿਆਣਾ ਆਂਦਾ ਹੁੰਦਾ? ਸਿਆਣਾ ਤਾਂ ਉਹ ਹੀ ਹੁੰਦਾ ਜਿਹੜਾ ਪਹਿਲਾਂ ਹੀ ਗਲਤ ਹੋਣ ਹੀ ਨਾ ਦੇਵੇ। ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ। ਸਿਆਣਾ ਤਾਂ ਉਹ ਹੀ ਹੁੰਦਾ ਹੈ
ਜਿਹੜਾ ਅੱਗੋਂ ਸਮਝ ਲਵੇ। ਮਹਾਰਾਜ ਕਹਿੰਦੇ ਅੱਗੋਂ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ। ਅੱਗੋਂ ਹੀ ਦੇ ਮਨ ਦੇ ਕੇ ਜੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਲਈਏ ਫਿਰ ਕਾਹਦੇ ਵਾਸਤੇ ਬਾਅਦ ਵਿੱਚ ਸਜ਼ਾ ਮਿਲੇ, ਫਿਰ ਨਹੀਂ ਮਿਲਦੀ। ਔਰ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਮੂਰਖ ਹੋਈ ਹੈ। ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ। ਇਹ ਵੀ ਬਚਨ ਆਉਂਦੇ ਨੇ। ਮੂਰਖ ਦੇ ਲੱਛਣ ਕੀ ਨੇ, ਕੀ ਕਰਨਾ ਹੁੰਦਾ। ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ। ਮੂਰਖ ਉਹ ਜਿਹੜਾ ਮੁਗਧ ਹੈ, ਬੇਸਮਝ ਹੈ ਗੁਰੂ ਦੀ ਮੱਤ ਵੱਲੋਂ, ਅਹੰਕਾਰ ਦੇ ਵਿੱਚ ਹੀ ਮਰ ਜਾਂਦਾ, ਆਪਣੀ ਮੱਤ ਦੇ ਵਿੱਚ ਹੀ, ਆਪਣੀਆਂ ਹੀਲ ਹੁਜਤਾਂ ਦੇ ਵਿੱਚ ਹੀ, ਹਉਮੈ ਦੇ ਵਿੱਚ ਹੀ ਜਿਹੜਾ ਜ਼ਿੰਦਗੀ ਪੂਰੀ ਕਰ ਜਾਂਦਾ ਹੈ। ਅਸਲ ਵਿੱਚ ਮਹਾਂ ਮੂਰਖ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨ, ਜਿਹਨੂੰ ਧਾਰਮਿਕ ਗਿਆਨ ਹੀ ਹੈ ਨਹੀਂ। ਮੁਗਧ ਤੋਂ ਭਾਵ ਧਾਰਮਿਕ ਗਿਆਨ, ਨਾਮ ਬਾਣੀ ਦਾ ਗਿਆਨ। ਕਰਨਾ ਕੀ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੂਰਖ ਕਿਹਾ ਹੈ। ਮੂਰਖੰਦ ਗਿਆਨ, ਮੂਰਖਨੇ ਦਾ ਅੰਨਾ ਰਹਿੰਦਾ ਉੱਤੇ ਗਿਆਨ ਦਾ ਕੋਈ ਅਸਰ ਨਹੀਂ ਪੈਂਦਾ ਹੈ। ਨਾਨਕ ਨਦਰੀ ਬਾਹਰੇ ਕਬਹਿ ਨ ਪਾਵੈ ਮਾਨ। ਵਾਹਿਗੁਰੂ ਦੀ ਸਵੱਲੀ ਨਦਰ ਤੋਂ ਬਾਹਰ ਆ ਜਿਹੜੇ ਖਾਲੀ ਹੈ, ਜਿਹੜੇ ਖਾਲੀ ਰਹਿ ਜਾਂਦੇ ਨੇ, ਕਬਹਿ ਨ ਪਾਵੈ ਮਾਨ, ਉਹ ਕਦੇ ਵੀ ਵਾਹਿਗੁਰੂ ਦੇ ਨਾਮ ਜਪਣ ਦਾ, ਵਡਿਆਈ ਕਰਨ ਦਾ, ਜਿਹਨੂੰ ਕਿਹਾ ਸੱਚ ਨਾਮ ਕੀ ਮਿਲੀ ਵਡਿਆਈ, ਨਾਨਕ ਨਾਮ ਲਾਹਾ ਪ੍ਰਵਾਨ ਪਹਿਲਾਂ ਕਹਿ ਆਏ ਨੇ, ਉਹਨਾਂ ਨੂੰ ਉਹ ਲਾਹਾ ਨਹੀਂ ਮਿਲਦਾ ਹੈ ਵਾਹਿਗੁਰੂ ਦੀ ਨਦਰ ਤੋਂ ਜਿਹੜੇ ਬਿਨਾਂ ਨੇ। ਕਿਉਂਕਿ ਨਦਰ ਤੋਂ ਬਿਨਾਂ ਜਪਿਆ ਨਹੀਂ ਜਾਂਦਾ, ਸਭ ਤੋਂ ਉੱਤਮ ਕਰਮ ਹੈ। ਆਪ ਜੀ ਪਾਵਨ ਜਪਜੀ ਸਾਹਿਬ ਵਿੱਚ ਫਰਮਾਨ ਕਰਦੇ ਨੇ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ 'ਤੇ ਨਦਰੀ ਕਰਮ ਹੋ ਜਾਂਦੀ ਹੈ, ਮੇਰ ਦੀ ਨਿਗਾਹ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ, ਉਹ ਹੀ ਕਰਦੇ ਨੇ ਭਗਤੀ ਰੂਪੀ ਕਰਮ ਨੂੰ, ਭਗਤੀ ਰੂਪੀ ਕਰਨੀ ਨੂੰ। ਜਿਨ ਕਉ ਨਦਰ ਕਰਮ ਤਿਨ ਕਾਰ, ਬਖਸ਼ਿਸ਼ ਹੋ ਜਾਂਦੀ। ਉਹਨਾਂ ਨੇ ਕਾਰ ਕੀਤੀ ਹੈ ਭਗਤੀ ਦੀ, ਕਾਰ ਸੇਵਾ ਉਹਨਾਂ ਕੀਤੀ, ਬੰਦਗੀ ਨਾਲ ਉਹ ਜੁੜਦੇ ਨੇ। ਫਿਰ ਨਾਨਕ ਨਦਰੀ ਨਦਰ ਨਿਹਾਲ ਹੋ ਜਾਂਦੇ ਨੇ, ਉਹ ਤਰ ਜਾਂਦੇ ਨੇ। ਜਿਹੜੇ ਨਦਰ ਤੋਂ ਬਿਨਾਂ ਨੇ, ਔਰ ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਨਦਰ ਤੋਂ ਜਿਹੜੇ ਖਾਲੀ ਨੇ ਉਹ ਦਾਨ ਨਾਲ ਤੇ ਰਚ ਜਾਂਦੇ ਨੇ। ਦਾਤਾਂ ਨੂੰ ਤਾਂ ਜੱਫਾ ਮਾਰ ਲੈਂਦੇ ਨੇ, ਬੜੀਆਂ ਪਿਆਰੀਆਂ ਲੱਗਦੀਆਂ, ਪਰ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਦੇ। ਰਾਚੈ ਦਾਨ ਨਾ ਨਾਏ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰ। ਇਹ ਮੂਰਖਪੁਣਾ ਹੈ। ਕਬਹਿ ਨ ਪਾਵੈ ਮਾਨ, ਉਹ ਸੱਚੇ ਨਾਮ ਦੀ ਵਡਿਆਈ, ਕਦੇ ਉਹਦੀ ਦਰਗਾਹ ਵਿੱਚ, ਉਹਦੇ ਦਰ 'ਤੇ ਮਾਨ ਨਹੀਂ ਪਾਉਂਦੇ ਹਨ। ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ। ਹਰੀ ਵਾਹਿਗੁਰੂ ਨੇ ਕਾਇਆ ਰੂਪੀ ਕਿਲਾ, ਜਿਹੜਾ ਸਰੀਰ ਰੂਪੀ ਜੀਵਾਂ ਦਾ, ਆਪ ਹੀ ਰਚਾਇਆ। 5 ਤੱਤਾਂ ਦੀ ਮਿੱਟੀ ਲਾ ਕੇ ਇਹਨੂੰ ਲੇਪਿਆ, ਪੋਚਿਆ, ਬਣਾਇਆ। ਹਰ ਸੱਚਾ ਆਪੇ, ਹਰੀ ਸੱਚੀ ਵਾਹਿਗੁਰੂ ਨੇ ਆਪੇ ਹੀ। ਇੱਕ ਦੂਜੇ ਭਾਏ ਖੁਆਇਨ ਹਉਮੈ ਵਿੱਚ ਵਿਆਪੇ। ਇੱਕ ਉਹ ਨੇ ਕਈ, ਜਿਹੜੇ ਇੱਕ ਤੋਂ ਭਾਵ ਕਈ, ਦੂਜਾ ਭਾਏ ਦੁਐਸ਼ ਭਾਵ ਦੇ ਵਿੱਚ। ਦੂਜਾ ਭਾਏ, ਭਾਏ ਦਾ ਅਰਥ ਹੁੰਦਾ ਪ੍ਰੇਮ, ਪ੍ਰੇਮ ਤੋਂ ਭਾਵ ਇੱਥੇ ਮੋਹ ਹੈ। ਦੂਜਾ ਮੋਹ ਹੈ, ਦੂਜੀ ਹੈ ਮਾਇਆ। ਦੂਜੀ ਮਾਇਆ ਜਗਤ ਚਿਤ ਵਾਸ, ਦੂਜੀ ਹੈ ਬ੍ਰਹਮ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਦੂਜੀ ਹੈ ਮਾਇਆ। ਇਹਦੇ ਵਿੱਚ ਹੀ ਦੂਜੇ ਮਾਇਆ ਦੇ ਮੋਹ ਵਿੱਚ ਹੀ ਖੁਆਇਨ, ਖੁਆ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਖੋਹ ਦਿੱਤੇ ਨੇ, ਗਵਾਚ ਦਿੱਤੇ ਨੇ, ਗਵਾਚ ਗਏ ਨੇ। ਹਉਮੈ ਵਿੱਚ ਵਿਆਪੇ, ਹਰ ਵੇਲੇ ਹਾਓ ਮੈਂ ਕੀਤਾ, ਮੈਂ ਇੰਨਾ ਕਮਾਇਆ, ਇੰਨਾ ਖੱਟਿਆ, ਇੰਨੀ ਪ੍ਰੋਪਰਟੀ ਮੇਰੇ ਕੋਲ। ਹੰਗਤਾ ਮਮਤਾ ਹਾਓ ਮੈਂ, ਸਰੀਰ ਰਾਹੀਂ ਕੀਤਾ ਕਰਮ ਤੇ ਜੋ ਜੋੜਿਆ ਉਹਦਾ ਵੀ ਹੰਕਾਰ। ਇਹਨੂੰ ਹਉਮੈ ਕਿਹਾ, ਬੜੀ ਪ੍ਰਬਲ ਹੈ। ਹਉਮੈ ਵਿੱਚ ਵਿਆਪੇ, ਹਉਮੈ ਦੇ ਵਿੱਚ ਹੀ ਵਿਆਪੇ ਫਸ ਗਏ ਨੇ, ਉਹ ਫਸੇ ਰਹਿੰਦੇ ਨੇ। ਇਹੋ ਮਾਨਸ ਜਨਮ ਦੁਲੰਭ ਸਾ, ਮਨਮੁਖ ਸੰਤਾਪੇ। ਇਹ ਮਾਨਸ ਜਨਮ ਬੜਾ ਅਮੋਲਕ ਸੀ, ਦੂਜੀ ਵਾਰ ਲੱਭਣਾ ਬੜਾ ਕਠਿਨ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਾ ਬਾਰ।
ਜਿਉ ਬਨ ਫਲ ਪਾ ਕੇ ਭੋਏ ਗਿਰਾ ਹੈ, ਬੌਰ ਨਾ ਲਾਗੈ ਡਾਰ। ਬੜਾ ਇਹ ਅਮੋਲਕ ਜਨਮ ਹੈ ਸੀ, ਨਾ ਮਿਲਣ ਵਾਲਾ ਹੈ ਸੀ। ਮਨਮੁਖ ਸੰਤਾਪੇ, ਮਨਮੁਖਾਂ ਨੇ ਮਨ ਦੇ ਮਗਰ ਲੱਗ ਕੇ ਸੰਤਾਪੇ ਦੁੱਖਾਂ ਨੂੰ ਹੀ ਸਹਾਰ ਲਿਆ, ਨਾਮ ਦੀ ਸੰਭਾਲ ਨਹੀਂ ਕੀਤੀ। ਮੂਰਖ ਰਹਿ ਗਏ ਗਿਆਨ ਵੱਲੋਂ, ਗੁਰੂ ਦੇ ਬਖਸ਼ੇ ਗਿਆਨ ਵਾਹਿਗੁਰੂ ਦੇ ਧਿਆਨ ਵੱਲੋਂ ਬੇਸਮਝ ਰਹਿ ਗਏ। ਮਨਮੁਖ ਸੰਤਾਪੇ, ਜਿਸ ਕਰਕੇ ਸੰਤਾਪੇ ਦੁੱਖ ਹੀ ਲੱਗਦੇ, ਸੰਤਾਪ ਦੇ ਵਿੱਚ ਹੀ ਚਲੇ ਜਾਣ। ਜਿਸ ਆਪ ਬੁਝਾਏ ਸੋ ਬੁੱਝ ਸੀ, ਜਿਸ ਸਤਿਗੁਰ ਥਾਪੇ। ਜਿਹਨੂੰ ਆਪ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਫੈਸਲਾ ਦੇ ਰਹੇ ਨੇ, ਆਪ ਜਿਨ੍ਹਾਂ ਨੂੰ ਤੁਸੀਂ ਬੁਝਾਏ ਸਮਝਾ ਦਿੰਦੇ ਹੋ, ਗੁਰੂ ਦੇ ਨਾਲ ਜੋੜ ਕੇ ਸੋ ਬੁੱਝ ਸੀ। ਤੁਹਾਡੇ ਗਿਆਨ ਨੂੰ ਧਿਆਨ ਨੂੰ ਮਹਾਰਾਜ ਹਿਰਦਿਓਂ ਹੀ ਸਮਝਦੇ ਨੇ। ਜਿਸ ਸਤਿਗੁਰ ਥਾਪੇ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਦੇ ਨਾਲ ਤੁਸੀਂ ਮੇਲਦੇ ਨੇ ਤੇ ਸਤਿਗੁਰੂ ਥਾਪ ਦੇਣ, ਜਿਨ੍ਹਾਂ ਨੂੰ ਸਤਿਗੁਰੂ ਥਾਪੜਾ ਦੇ ਦੇਣ, ਕੰਧ ਤੇ ਖੜ ਜਾਣ, ਪਿੱਠ ਤੇ ਖੜੋ ਜਾਣ, ਜਿਨ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਮਝਦੇ ਨੇ। ਉਹ ਫਿਰ ਉਹ ਨਹੀਂ ਡੋਲਦੇ, ਮਾਇਆ ਦੇ ਵਿੱਚ ਰਹਿੰਦੇ ਹੋਏ, ਸੰਸਾਰ ਦੇ ਵਿੱਚ ਰਹਿੰਦੇ ਹੋਏ ਨਿਰੰਕਾਰ ਦੇ ਬਣ ਕੇ ਰਹਿੰਦੇ ਨੇ, ਗੁਰੂ ਪਰਮੇਸ਼ਰ ਦੇ ਸਨਮੁਖ ਰਹਿੰਦੇ। ਸਭ ਜਗ ਖੇਲ ਰਚਾਇਓਨ, ਇਸ ਕਰਕੇ ਆਪ ਜੀ ਨੇ ਕਿਹਾ ਸੀ, ਗੁਰੂ ਅਮਰਦਾਸ ਜੀ ਨੇ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਉਹ ਨਹੀਂ ਫਿਰ ਡੋਲਦੇ, ਜਿਨ੍ਹਾਂ ਨੂੰ ਥਾਪੜਾ ਸਤਿਗੁਰੂ ਦੇ ਦੇ। ਸਭ ਜਗ ਖੇਲ ਰਚਾਇਓਨ, ਇਹ ਸਾਰਾ ਜਗਤ ਹੈ ਤੇ ਵਾਹਿਗੁਰੂ ਦਾ ਖੇਲ ਆ। ਖੇਲ ਹੀ ਆ ਉਹਨੇ ਪਸਾਰੇ, ਜਿਵੇਂ ਗਰਾਊਂਡ ਹੁੰਦਾ ਹੈ ਇਵੇਂ ਉਹਨੇ ਖੇਲ ਦਾ ਮੈਦਾਨ ਹੀ ਬਣਾਇਆ ਹੋਇਆ। ਸਭ ਜਗ ਖੇਲ ਰਚਾਇਓਨ, ਇਹ ਖੇਲ ਰਚਾਇਆ ਹੋਇਆ ਜੀਵਾਂ ਦਾ ਮਿਲਾਪ, ਜੀਵਾਂ ਦਾ ਵਿਛੜਨਾ। ਸੋ ਸਭ ਵਰਤਾ ਆਪੇ, ਜੀਵਾਂ ਦੇ ਅੰਦਰ ਜੋਤ ਰੂਪ ਹੋ ਕੇ ਆਪ ਹੀ ਕਿਰਿਆ ਕਰਾ ਰਿਹਾ ਸੱਚੇ ਪਾਤਸ਼ਾਹ। ਲਾਈਟ ਦੇ ਕੇ ਆਪਣੀ ਜੋਤੀ ਸਰੂਪ ਵਰਤਦਾ ਆਪ ਹੀ ਹੈ। ਇਸ ਕਰਕੇ ਇਹ ਵੀ ਬਚਨ ਕਹੇ ਨੇ ਕਿ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਮਹਾਰਾਜ ਅਸਲ ਵਿੱਚ ਕੋਈ ਮੂਰਖ ਨਹੀਂ, ਵਾਸਤਵ ਵਿੱਚ ਗਿਆਨਵਾਨ ਦੀ ਅਵਸਥਾ ਹੈ। ਜਦੋਂ ਗਿਆਨ ਹੋ ਜਾਂਦਾ ਫਿਰ ਦੁਐਸ਼ ਮਿਟ ਜਾਂਦੀ ਇਨ ਬਿਨ। ਉਸ ਵੇਲੇ ਨਾ ਕੋ ਮੂਰਖ ਨਾ ਕੋ, ਨਾ ਹੀ ਕੋਈ ਮੂਰਖ ਹੈ ਨਾ ਹੀ ਕੋਈ ਸਿਆਣਾ ਹੈ। ਤੇਰਾ ਭਾਣਾ ਹੁਕਮ ਹੀ ਵਰਤਦਾ ਹੈ ਸੱਚੇ ਪਾਤਸ਼ਾਹ ਗਰੀਬ ਨਿਵਾਜ। ਕਰਕੇ ਤੁਹਾਡੀ ਬਖਸ਼ਿਸ਼ ਨਾਲ ਹੀ ਜਾਗਦਾ ਹੈ ਸੁੱਤਾ ਹੋਇਆ, ਅਤੇ ਤੁਹਾਡੀ ਬਖਸ਼ਿਸ਼ ਨਹੀਂ, ਤੁਸੀਂ ਅਗਿਆਨ ਲਾ ਕੇ ਸਵਾਲਿਆ ਹੋਇਆ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਬੇਮੁਖ ਕੀਤਾ ਹੋਇਆ। ਅਗਿਆਨਾਂ ਲਾਏ ਸਵਾਲਿਆ, ਗੁਰ ਗਿਆਨਾਂ ਲਾਏ ਜਗਾਵੈ ਗੋ। ਸੋ ਗੁਣ ਅਵਗੁਣ ਏਕ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਇਹ ਗਿਆਨਵਾਨ ਦੀ ਅਵਸਥਾ ਹੈ। ਮਹਾਰਾਜ ਆਪ ਹੀ ਵਰਤ ਰਹੇ ਹੋ ਤੁਸੀਂ ਸਾਰੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪੌੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਮਾਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਸਭ ਜਗ ਖੇਲ ਰਚਾਇਓ ਨਾ, ਸਭ ਵਰਤੈ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ,
ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੁ ਸੰਤਹੁ। ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਤਹਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੁ ਵਡਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਤੂੰ ਠਾਕੁਰ ਤੁਮ ਪਹਿ ਅਰਦਾਸ। ਈਓ ਪਿੰਡ ਸਭ ਤੇਰੀ ਰਾਸ। ਪਿਤਾ ਹਮ ਬਾਰਿਕ ਤੇਰੇ, ਤੋਰੀ ਕਿਰਪਾ ਮੈਂ ਸੁਖ ਕਨੇਰੇ। ਆਣੇ ਤੁਮਰਾ ਅੰਤਾ, ਊਚੇ ਤੇ ਊਚਾ ਭਗਵੰਤ। ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਤੋ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸੋ ਸਦਾ ਕਰਵਾਣੀ। ਵਾਹਿਗੁਰੂ। ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੋਈਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਨ ਛਕਿਆ, ਦੇਖ ਚਲਾਈ ਤੇਗ ਵਾਹੀ। ਦੇਖ ਕੇ ਅਣਡਿਠ ਕੀਤਾ ਬਿਨਾਂ ਪਿਆਰਿਆਂ, ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਮਾਈਆਂ ਬੀਬੀਆਂ ਨੇ ਲਾਹੌਰ ਦੀ ਜੇਲ੍ਹ ਅੰਦਰ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਨੇਜਿਆਂ ਤੇ ਟੰਗਵਾਏ। ਸਵਾ ਸਵਾ ਮਣ ਦੇ ਪੀਕਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਿੱਖੀ ਸਿਦਕ ਕੇਸਾਂ ਪਾਸਾਂ ਨਾਲ ਨਿਭਾਇਆ। ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ। ਜਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਜੰਗੀਆਂ ਭਜੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਰਿਸਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਾਵੈ, ਚਿਤਾਵਨ ਕਾ ਸਦਕਾਰ ਸਰਬ ਸੁਖ ਹੋਵੈ। ਜਹ ਜਹ ਖਾਲਸਾ ਜੀ ਸਾਜ, ਤਹਾਂ ਤਹਾਂ ਰਚਿਆ ਰਿਆਏ। ਦੇਵ ਤੇਵ ਸਦਾ ਗਤ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।
ਵਾਹਿਗੁਰੂ। ਸਿੱਖਾਂ ਦਾ ਮਾਨੀ ਨਾ ਮਤ ਕੀ ਬਖਸ਼ ਜੀ ਮਤ ਪਤਾ ਰੱਖ ਆਪ ਵਾਹਿਗੁਰੂ। ਜੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾਤਾ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸੁਖਮੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ। ਇਹ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਉਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਅਪਾਰ ਰਹਿਮਤ ਹੋਈ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਆਪ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਬਾਤ ਹੈ ਸਤਿ ਸ੍ਰੀ ਸੰਤਾਂ ਦੇ ਲੜੀਵਾਰ ਮੁਖ ਬਾਣੀ ਕਥਾ ਵਿਚਾਰ ਹੋਈ। ਆਪ ਦੇ ਸੇਵਕਾਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਅੱਖਰ ਲੱਖ ਵਾਧਾ ਘਾਟਾ ਭੁੱਲਾਂ ਚੂਕਾਂ ਦੀ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਆਪਣੀ ਸੇਵਾ ਦੇ ਦੁਰਗਾ ਬਣਾਉਣਾ ਅੰਗ ਸਹਾਈ ਹੋਣਾ। ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਮੁੱਚੀ ਸਾਧ ਸੰਗਤ ਦੀ ਹਾਜ਼ਰੀ ਦਾ ਸਿਰ ਤੋਂ ਭੇਟਾਵਾਂ ਪ੍ਰਵਾਨ ਕਰਨੀ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਧਰਮ ਭਰਮ ਗੁਰਸਿੱਖੀ ਸਿੱਧਤ ਭਰੋਸਾ ਨਾਮਦਾਨ ਚਰਨ ਫੁੱਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ। ਆਪ ਜੀ ਦੇ ਜਾਣਿਆ ਭੰਡਾਰਿਆਂ ਤੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੋਈਆਂ ਸੂਖਮ ਫੁੱਲਾਂ ਦੀ ਮਾਫੀ ਬਖਸ਼ਣੀ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਨੂੰ ਭੋਗ ਲੱਗਿਆ ਸੀ ਪਿਤਾ ਸਾਧ ਸੰਤ ਜਵਤ ਜੋ ਛਕੇ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਪਾਵਨ ਸੱਚੇ ਪਾਤਸ਼ਾਹ ਆਪ ਜੀ ਦੇ ਭਾਣੇ ਅੰਦਰ ਐਨ ਸਿੱਖਾਂ ਨਾਲ ਬਤੀਤ ਹੋਈ ਦਿਹਾੜਿਆ ਭਾਣੇ ਅੰਦਰ ਬਤੀਤ ਕਰਾਉਣਾ। ਗੁਰਮੁਖ ਦਾ ਮੇਲ ਕਰਨਾ ਮਨਮੁਖ ਦਾ ਪ੍ਰਹਾਰ ਕਰਨਾ। ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥਾ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥਾ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਸਭ ਕੋ ਮਿਲ ਹੋ ਚਾਹੈ ਹੋ ਹਬਦ ਮੈਂ ਲੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਹੋਏ ਸਭ ਮਿਲਾਂਗੇ ਅਚੇ ਸਨ ਜੋ ਹੋਏ ਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਕਰਮ ਸੇ ਮੰਦੇ ਗੁਰ ਪਾਰ ਤਾਨਹਾਰ ਪਰ ਬਹੇਗੀ ਆਪ ਗੁਰੂ ਕੀ ਫੌਜ ਸਤਰ ਭਲੇਗਾ ਸੀਸ ਪਰ ਬੜੀ ਕਰੇਗੀ ਮੌਜ। ਠੰਡਾ ਜਾ ਕੇ ਹੱਥ ਮੈਂ ਕਲਗੀ ਸੋਏ ਸੀਸ ਹਰੀ ਰੱਖਿਆ ਕਰੇ ਗੁਰੂ ਕਲਗੀ ਧਰ ਜਗਦੀਸ਼ ਹਰੀ ਰੱਖਿਆ ਕਰੇ ਗੁਰੂ ਕਲਗੀ ਧਰ ਜਗਦੀਸ਼ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਹੋ ਬਕਉ ਸੁਭ ਰਸਨਾ। ਦੀਜੈ ਪ੍ਰਾਨ ਕੋਰ ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਹੋ
ਬਕਉ ਸੁਭ ਰਸਨਾ ਦੀਜਹਿ ਪ੍ਰਾਨ ਕੋਰ ਰਹਾਉ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ। ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।